ਦਿਲ ਦੀਆਂ ਗੱਲਾਂ YouTube ਚੈਨਲ ਤੇ ਜਗਮੋਹਨ ਸਿੰਘ ਪੱਟੀ ਅੱਜ ਤੁਹਾਡੇ ਲਈ ਫੇਰ ਇੱਕ ਨਵਾਂ ਖਬਰਨਾਮਾ ਲੈ ਕੇ ਹਾਜ਼ਰ ਹੈ। ਸਾਰੇ ਦੇਸ਼ ਵਾਸੀਆਂ ਨੂੰ, ਸਾਰੇ ਪੰਜਾਬ ਵਾਸੀਆਂ ਨੂੰ, ਹਰਿਆਣਾ ਵਾਸੀਆਂ ਨੂੰ, ਹਿਮਾਚਲ ਵਾਸੀਆਂ ਨੂੰ, ਖਿੱਤੇ ਦੇ ਵਾਸੀਆਂ ਨੂੰ, ਪੁਰਾਣੇ ਪੰਜਾਬ ਦੇ ਵਾਸੀਆਂ ਨੂੰ ਮੈਂ ਸਤਿ ਸ੍ਰੀ ਅਕਾਲ ਕਹਿਣਾ ਔਰ ਤੁਹਾਨੂੰ ਇੱਕ ਗੱਲ ਯਾਦ ਕਰਾਉਣੀ ਚਾਹੁੰਦਾ ਕਿ ਆਪਣਾ ਆਪਾ ਨਾ ਭੁੱਲੋ। ਅੱਗੇ ਬਨੇਰੇ ਤੇ ਕਾਂ ਬੋਲਦਾ ਸੀ ਤਾਂ ਇਹ ਕਿਹਾ ਜਾਂਦਾ ਸੀ, ਸਾਈਨ ਹੁੰਦਾ ਸੀ ਕਿ ਅੱਜ ਮੇਰੇ ਵੀਰ ਨੇ ਆਉਣਾ ਜਾਂ ਅੱਜ ਕਿਸੇ ਮਹਿਮਾਨ ਦੇ ਆਉਣ ਦੀ ਆਮਦ ਹੈ। ਲੇਕਿਨ ਹੁਣ ਕਾਂ ਬੋਲਦਾ ਹੈ, ਲੇਕਿਨ ਕੋਈ ਜਨਤਾ ਦੇ ਵਿੱਚੋਂ ਇਹ ਨਹੀਂ ਬੋਲਦਾ ਕਿ ਅੱਜ ਕੀ ਹੋਣਾ, ਮੇਰੇ ਵੀਰ ਨੇ ਆਉਣਾ ਹੈ ਜਾਂ ਮੇਰੇ ਕਿਸੇ ਮਹਿਮਾਨ ਨੇ ਆਉਣਾ ਹੈ ਜਾਂ ਕਿਹਨੇ ਆਉਣਾ। ਇਹ ਗੱਲ ਨਹੀਂ ਕੀਤੀ ਜਾਂਦੀ ਕਿਉਂਕਿ ਅਸੀਂ ਆਪਣਾ ਵਿਰਸਾ ਅਤੇ ਵਿਰਾਸਤ ਦੋਨੋਂ ਭੁੱਲ ਗਏ ਹਾਂ। ਇੱਥੇ ਇੱਕ ਗੱਲ ਦੱਸਣੀ ਚਾਹਾਂਗਾ, ਸਾਡਾ ਜਿਹੜਾ ਇੱਕ ਵਿਰਾਸਤ ਦਾ ਕਾਨੂੰਨ ਹੈ, ਵਿਰਾਸਤ ਦੇ ਕਾਨੂੰਨ ਦੇ ਵਿੱਚ ਸਾਨੂੰ ਜੋ ਬਾਪ ਦਾਦੇ ਦਾ ਪਸੀਨਾ ਵਹਾ ਕੇ ਪੈਸਾ ਮਿਲਿਆ ਹੈ, ਉਹ ਪੈਸੇ ਦੇ ਰੂਪ ਵਿੱਚ ਜਾਂ ਗਹਿਣੇ ਦੇ ਰੂਪ ਵਿੱਚ ਮਿਲਿਆ ਹੈ। ਤੁਹਾਡੇ ਹੱਕਾਂ 'ਤੇ ਉਹ ਵੀ ਛਾਪੇ ਵੱਜਣ ਵਾਲੇ ਸ਼ੁਰੂ ਹੋ ਗਏ ਨੇ। ਇਹ ਵੀ ਛਾਪੇ ਵੱਜਣੇ ਜੇ, ਕੋਈ ਜ਼ਿਆਦਾ ਦੂਰ ਨਹੀਂ ਇਹ ਦਿਨ ਵੀ। ਇਹਦਾ ਜਿਹੜਾ ਆਗਾਜ਼ ਹੈ 8 ਨਵੰਬਰ ਤੋਂ ਡਿਮੋਨੋਟਾਈਜੇਸ਼ਨ ਜਿਹੜੀ 2016 ਸਨ ਵਿੱਚ ਮੋਦੀ ਸਾਹਿਬ ਨੇ 8 ਵਜੇ ਸਰਪ੍ਰਾਈਜ਼ ਦਿੱਤੀ ਸੀ ਦੇਸ਼ ਨੂੰ ਕਿ ਤੁਹਾਡਾ ਕਿਸ ਤਰ੍ਹਾਂ ਜਿਹੜਾ ਆਰਥਿਕ ਢਾਂਚਾ ਵਿਗੜੇਗਾ, ਇਹ ਇੱਕ ਬੜਾ ਪ੍ਰਤੱਖ ਪ੍ਰਮਾਣ ਆਇਆ। ਇਸ ਪ੍ਰਤੱਖ ਪ੍ਰਮਾਣ ਦੇ ਵਿੱਚੋਂ 2-3 ਗੱਲਾਂ ਉਗੜ ਕੇ ਸਾਹਮਣੇ ਆਈਆਂ ਜਿਹੜੀਆਂ ਮੈਂ ਕਰ ਰਿਹਾ ਤੁਹਾਡੇ ਨਾਲ। 2 ਕਰੋੜ ਨੌਕਰੀਆਂ ਜਿਹੜੀਆਂ 2014 ਵਿੱਚ ਮੋਦੀ ਸਾਹਿਬ ਨੇ ਦੇਣ ਦਾ ਵਾਅਦਾ ਕੀਤਾ ਸੀ, ਉਹ ਦੇਣੀਆਂ ਕਿਹਨੂੰ ਨੇ, ਇਹ ਹੀ ਨਹੀਂ ਸਮਝ ਲੱਗੀ ਅਜੇ ਤੱਕ। ਦੇਸ਼ ਦੇ ਵਾਸੀਆਂ ਦੀਆਂ ਨੌਕਰੀਆਂ ਤਾਂ ਗਈਆਂ ਜਾਂ ਆਈਆਂ, ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ। ਮੋਦੀ ਸਾਹਿਬ ਨੇ ਕਦੀ ਮਨ ਦੀ ਬਾਤ ਦੇ ਵਿੱਚ ਸਾਰਵਜਨਕ ਹੋ ਕੇ, ਦੇਸ਼ ਦੇ ਰੂਬਰੂ ਹੋ ਕੇ ਕਦੀ ਕੋਈ ਗੱਲ ਨਹੀਂ ਕੀਤੀ ਔਰ ਇਸ ਚੀਜ਼ ਦੇ ਉੱਤੇ ਕਦੀ ਇਹ ਨਹੀਂ ਦੱਸਿਆ ਕਿ ਤੁਹਾਡੀਆਂ 2 ਕਰੋੜ ਨੌਕਰੀਆਂ ਗਈਆਂ ਜਾਂ ਆਈਆਂ। ਇਹ ਤਾਂ ਚਲੋ ਆਣਾ ਜਾਣਾ ਲੱਗਿਆ ਰਹਿੰਦਾ, ਇਹਦਾ ਕੋਈ ਗਿਲਾ ਨਹੀਂ। ਕਿਉਂਕਿ ਚੀਜ਼ ਇਹ ਹੈ ਵੀ ਸਾਡੀ ਆਰਥਿਕਤਾ ਜਿਹੜੀ ਹੈ ਇਹ ਕਿੰਨੀ ਕੁ ਤਾਕਤਵਰ ਹੋ ਗਈ ਹੈ, ਮੋਦੀ ਸਾਹਿਬ ਇਹ ਦੱਸਣ ਦਾ ਯਤਨ ਕਰਦੇ ਨੇ, ਇੰਨਾ ਹੀ ਬੜੀ ਵੱਡੀ ਗੱਲ ਹੈ। ਇਹਦੇ ਵਿੱਚ ਫਾਈਨਾਂਸ ਮਿਨਿਸਟਰ ਸੀਤਾਰਮਨ ਫਾਈਨਾਂਸ ਮਿਨਿਸਟਰ ਨਾ ਹੋ ਕੇ ਕਿਹੋ ਜਿਹੇ ਕੰਮ ਕਰ ਰਹੀ ਹੈ, ਇਹ ਇੱਕ ਆਪਣੇ ਆਪ ਦੇ ਵਿੱਚ ਸਵਾਲ ਹੈ ਖੜਾ। ਇਹਦੇ ਵਿੱਚ ਇਹ ਦੇਖਣਯੋਗ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਸੀਤਾਰਮਨ ਕਿੰਤੂ ਪਰੰਤੂ ਕਰਦੀ ਏ, GST ਲਗਾਉਂਦੇ। ਤੁਸੀਂ ਦੇਖੋ GST ਜਿਹੜਾ ਕਈ ਟੈਕਸਾਂ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਇਆ। ਜੇ ਤੁਸੀਂ ਹੋਟਲ ਬੁੱਕ ਕਰਾਉਣਾ GST, ਜੇ ਤੁਸੀਂ ਬੈਂਕ ਦੀ ਟ੍ਰਾਂਜੈਕਸ਼ਨ ਕਰਨੀ ਹੈ ਕੋਈ ਨਾ ਕੋਈ ਟੈਕਸ ਟ੍ਰਾਂਜੈਕਸ਼ਨ ਦੇਣੀ ਪਏਗੀ ਤੁਹਾਨੂੰ। ਕੋਈ ਵੀ ਤੁਸੀਂ ਟ੍ਰਾਂਜੈਕਸ਼ਨ ਕਰਨੀ ਹੈ, ਸਿਰਫ ਉਹੀ ਜਿਹੜੀ ਹੈ ਵਿੱਚ ਟੈਕਸ ਇਨਵੋਲਵ ਹੈ ਜਿਹੜਾ ਉਸ ਟ੍ਰਾਂਜੈਕਸ਼ਨ ਦੇ ਉੱਤੇ ਆਉਂਦਾ। ਹਾਂ, ਪਰ ਕੁਦਰਤ ਦੀ ਟੈਕਸ ਟ੍ਰਾਂਜੈਕਸ਼ਨ ਜਿਹੜੀ ਹੈ, ਜਿਹੜੇ ਤੁਸੀਂ ਸਾਹ ਲੈਂਦੇ ਹੋ, ਉਹ ਅਜੇ ਤੱਕ ਟੈਕਸ ਫ੍ਰੀ ਹੈ। ਉਹ ਮੋਦੀ ਸਾਹਿਬ ਨੂੰ ਨਹੀਂ ਪਤਾ ਲੱਗਿਆ, ਨਹੀਂ ਤੇ ਉਹਦੇ 'ਤੇ ਵੀ ਤੁਹਾਡੇ ਟੈਕਸ ਲੱਗਣ ਵਾਲੇ ਨੇ। ਇਹ ਇੱਕ ਨਵੀਂ ਜਿਹੜੀ ਚੀਜ਼ ਹੈ ਇਸ ਸਰਕਾਰ ਦੀ ਆਉਣ ਵਾਲੀ ਹੈ। ਇੱਥੇ ਇੱਕ ਦੱਸਣੀ ਗੱਲ ਜ਼ਰੂਰੀ ਹੈ ਤੁਹਾਡੇ ਲਈ, ਠੇਕੇਦਾਰੀ ਸਿਸਟਮ ਜਿਹੜਾ ਪੰਜਾਬ ਹੈ, ਭਾਵੇਂ ਹਰਿਆਣਾ ਹੈ, ਭਾਵੇਂ ਹਿਮਾਚਲ ਹੈ, ਭਾਵੇਂ UP ਹੈ, ਦੇਸ਼ ਦਾ ਕੋਈ ਵੀ ਹਿੱਸਾ ਹੈ, ਉਹਦੇ ਵਿੱਚ ਸ਼ੁਰੂ ਹੋ ਚੁੱਕਿਆ। ਠੇਕੇਦਾਰ ਉੱਭਰ ਆਏ ਨੇ ਜਿਹਨੂੰ ਆਊਟਸੋਰਸਿੰਗ ਦਾ ਨਾਂ ਦਿੱਤਾ ਗਿਆ ਅੰਗਰੇਜ਼ੀ ਵਿੱਚ, ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਫਲਾਣੇ ਠੇਕੇਦਾਰ ਕੋਲ ਚੱਲ ਜਾਓ, ਉਹਨੂੰ ਪੈਸੇ ਦਿਓ, ਨੌਕਰੀ ਲੈ ਲਓ। ਨੌਕਰੀ ਲੈਣ ਵਾਲੇ ਨੇ ਠੇਕੇਦਾਰੀ 'ਤੇ ਨੌਕਰੀ ਲੈ ਲਈ ਔਰ ਠੇਕੇਦਾਰੀ ਦੀ ਨੌਕਰੀ ਦੇ ਵਿੱਚ ਉਹਨੂੰ ਦੇਣਦਾਰੀ ਕੀ ਉਹਦੀ, ਉਹਨੇ 40-50 ਹਜ਼ਾਰ ਰੁਪਈਆ ਪਹਿਲੇ ਠੇਕੇਦਾਰ ਨੂੰ ਦੇਣਾ ਨੌਕਰੀ ਲੈਣ ਲਈ 3 ਸਾਲ ਦੀ ਪ੍ਰਾਪਤੀ ਦੀ ਵਜ੍ਹਾ ਕਰਕੇ। ਫਿਰ ਉਹਨੇ 1 ਮਹੀਨੇ ਦੀ ਤਨਖਾਹ ਵੀ ਦੇਣੀ ਹੈ ਠੇਕੇਦਾਰ ਸਾਹਿਬ ਨੂੰ, ਅਤੇ ਹਰ ਮਹੀਨੇ ਉਹਨੇ 1 ਦਿਨ ਦੀ ਤਨਖਾਹ ਜਿਹੜੀ ਹੈ ਉਹ ਵੀ ਠੇਕੇਦਾਰ ਸਾਹਿਬ ਨੂੰ ਦੇਣੀ ਹੈ। ਇਹ ਇੱਕ ਨਵੇਂ ਉਦਯੋਗਪਤੀ ਜਿਹੜੇ ਨੇ ਪਨਪ ਪਏ ਨੇ ਸਾਰੇ ਭਾਰਤ ਦੇ ਵਿੱਚ, ਇਹ ਇੱਕ ਦੇਖਣ ਵਾਲੀ ਗੱਲ ਹੈ। ਔਰ ਇਸ ਦੇ ਉੱਤੇ ਅੱਜ ਤੱਕ ਸਰਕਾਰ ਨੇ ਧੜ ਕਿਉਂ ਵੱਟੀ ਹੋਈ ਹੈ? ਨਿਰਮਲਾ ਸੀਤਾਰਮਨ ਵਿੱਤ ਮੰਤਰੀ ਭਾਰਤ ਸਰਕਾਰ ਇਸ ਦੇ ਉੱਤੇ ਚੁੱਪ ਕਿਉਂ ਨੇ? ਹੋਰ ਤਾਂ ਹੋਰ ਜਿਹੜੀਆਂ ਨੌਨ BJP ਗਵਰਨਮੈਂਟਸ ਨੇ ਉਹਨਾਂ ਦੇ ਵੀ ਮੰਤਰੀ ਸੰਤਰੀ, ਫਾਈਨਾਂਸ ਮਿਨਿਸਟਰ, ਚੀਫ ਮਿਨਿਸਟਰ ਜਿਹੜੇ ਨੇ ਇਹਦੇ ਉੱਤੇ ਚੁੱਪ ਕਿਉਂ ਨੇ? ਇਹ ਇੱਕ ਤੁਹਾਡੇ ਅੱਗੇ ਬੜੇ ਵੱਡੇ ਸਵਾਲ ਨੇ ਜਿਹੜੇ ਪੈਦਾ ਕਰ ਰਹੇ ਨੇ। ਇੱਥੇ ਇਹ ਗੱਲ ਦੇਖਣੀ ਬਣਦੀ ਹੈ
ਜੇ ਤੁਸੀਂ ਕਿਸੇ ਠੇਕੇਦਾਰ ਕੋਲ ਜਾਂਦੇ ਹੋ, ਤੁਹਾਡੀ ਲੇਬਰ ਦੀ ਜ਼ਰੂਰਤ ਹੈ, ਉਸ ਨੂੰ ਤੁਸੀਂ ਅਪਲਾਈ ਕਰਦੇ ਹੋ। ਗਵਰਨਮੈਂਟ ਦੀ ਜਿਹੜੀ ਪਬਲਿਕ ਅਪੁਆਇੰਟਮੈਂਟ ਦਾ ਸਿਸਟਮ ਸੀ, ਉਹ ਠੇਕੇਦਾਰੀ ਸਿਸਟਮ ਨੇ ਮੱਲ ਲਿਆ, ਉਹਦੇ ਉੱਤੇ ਦੜ ਵੱਟ ਲਈ ਹੈ। ਔਰ ਇਸ ਨੂੰ ਚਲਾਉਣ ਵਾਲੇ ਕੌਣ ਨੇ? ਇਹ ਗੱਲ ਕਹੀ ਜਾਂਦੀ ਹੈ ਕਿ ਇਸ ਨੂੰ ਚਲਾਉਣ ਵਾਲੇ RSS ਦੇ ਜਿਹੜੇ ਚਹੇਤੇ ਨੇ ਉਹ ਨੇ, BJP ਦੇ ਜਿਹੜੇ ਚਹੇਤੇ ਨੇ ਉਹ ਨੇ। ਇਹ ਐਲੀਗੇਸ਼ਨ ਕਿਉਂ ਆਵੇ? ਦੇਸ਼ ਦੇ ਲੋਕ ਨੇ, ਭਾਵੇਂ BJP ਵਾਲੇ ਨੇ ਭਾਵੇਂ RSS ਵਾਲੇ ਨੇ, ਉਹਨਾਂ ਉੱਤੇ ਜੇ ਇਹ ਐਲੀਗੇਸ਼ਨ ਆਉਂਦਾ ਤਾਂ ਕਿ ਮੋਹਨ ਭਗਵਤ ਜੀ RSS ਦੇ ਸੰਚਾਲਕ ਇਸ ਚੀਜ਼ ਦਾ ਸਪਸ਼ਟੀਕਰਨ ਦੇਣਗੇ? ਅੱਜ ਤੱਕ ਕਿਉਂ BJP ਦੇ ਜਾਂ RSS ਦੇ ਕਿਸੇ ਵਰਕਰ ਦੇ ਉੱਤੇ ED ਜਾਂ ਇਨਕਮ ਟੈਕਸ ਜਾਂ CBI ਜਾਂ ਕੋਈ ਹੋਰ ਏਜੰਸੀ ਜਿਹੜੀਆਂ ਓਪੋਜੀਸ਼ਨ ਪਾਰਟੀਆਂ ਦੇ ਉੱਤੇ RSS ਤੇ BJP ਦੀਆਂ ਜਿਹੜੀਆਂ ਮੁਖਾਲਫ ਪਾਰਟੀ ਨੇ, ਵਿਰੋਧੀਆਂ ਪਾਰਟੀਆਂ, ਉਹਨਾਂ ਉੱਤੇ ਚੜ੍ਹਦੀਆਂ ਨੇ, ਤਾਂ ਇਹਨਾਂ ਉੱਤੇ ਕਿਉਂ ਨਹੀਂ ਜਾਂਦੀਆਂ? ਇਹ ਅੱਜ ਤੱਕ ਤੁਹਾਨੂੰ 7 ਸਾਲਾਂ ਦੇ ਵਿੱਚ ਇਹ ਚੀਜ਼ ਦੇਖਣ ਲਈ ਨਹੀਂ ਮਿਲੀ। ਤੁਹਾਡੇ ਉੱਤੇ ਤੁਸੀਂ ਗੱਲ ਵੀ ਕਰੋ ਤਾਂ ਤੁਹਾਡੇ ਉੱਤੇ ਟੈਕਸ ਦੀ ਚਪੇੜ ਜਿਹੜੀ ਹੈ ਵੱਟ 'ਤੇ ਪਈ ਹੈ, ਔਰ ਇੰਨੀ ਵੱਟ ਕੇ ਪਈ ਹੈ ਕਿ ਇੱਥੇ ਜਿਹੜੀਆਂ ਕਾਲੇ ਕਾਨੂੰਨ ਜਿਹੜੇ ਅੰਗਰੇਜ਼ਾਂ ਨੇ ਲਿਆਂਦੇ ਸਨ, ਉਹਨਾਂ ਕਾਨੂੰਨਾਂ ਦੀ ਵੀ ਯਾਦ ਤੁਹਾਨੂੰ ਭੁੱਲ ਗਈ ਹੈ। ਇੰਨੀ ਮਾਨਸਿਕਤਾ ਤੁਹਾਡੀ ਗੁਲਾਮ ਕਰ ਦਿੱਤੀ ਹੈ ਇਸ ਸਰਕਾਰ ਨੇ ਕਿ ਇਸ ਦੇ ਵਿੱਚੋਂ ਨਿਕਲਣ ਦੀ ਜ਼ਰੂਰਤ ਹੈ। ਤੁਹਾਡੀ ਆਪਣੀ ਸਰਕਾਰ ਹੈ, ਇਹਨੂੰ ਪੁੱਛੋ ਕਿ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ, ਦੇਸ਼ ਹਿੱਤ ਵਿੱਚ ਕੀ ਕੀਤਾ। ਇੱਕ ਗੱਲ ਤੁਹਾਨੂੰ ਇੱਥੇ ਕਹਿਣੀ ਚਾਹਾਂਗਾ, ਜ਼ਰੂਰੀ ਹੈ। ਜੇ ਤੁਸੀਂ ਸੋਨੇ ਦਾ ਰੇਟ ਦੇਖ ਲਓ, ਸੋਨਾ ਜਿਹੜਾ 25,000 ਤੋਂ ਲੱਗ ਕੇ 50,000 ਤੱਕ ਛਾਲਾਂ ਮਾਰ ਕੇ ਪਹੁੰਚ ਗਿਆ, ਔਰ ਸਰਕਾਰ ਨੇ ਇਹਦੇ ਉੱਤੇ ਕੀ ਕੀਤਾ? ਹੋਰ ਤਾਂ ਹੋਰ ਸਰਕਾਰ ਨੇ ਸੁਨਿਆਰੇ ਜਿਹੜੇ ਨੇ, ਜੇਲਰਸ ਜਿਹੜੇ ਨੇ, ਉਹਨਾਂ ਨੂੰ ਵੀ ਨਕੇਲ ਕੱਸਣ ਦਾ ਇੱਕ ਯਤਨ ਕੀਤਾ। ਨਕੇਲਾਂ ਹੀ ਕੱਸਦੇ ਪਏ ਨੇ, ਹੋਰ ਕੁਛ ਨਹੀਂ ਕੱਸਦੇ ਪਏ। ਇਹਨਾਂ ਕੋਲ ਪਤਾ ਨਹੀਂ ਪੇਚਕਸ ਜ਼ਿਆਦਾ ਨੇ ਜਾਂ ਪਲਾਸ ਜ਼ਿਆਦਾ ਨੇ, ਜਾਂ ਜਿਹੜੀਆਂ ਹੋਰ ਕਈ ਇੰਸਟਰੂਮੈਂਟ ਜਾਂ ਮਸ਼ੀਨਾਂ ਐਸੀਆਂ ਨੇ ਜਿਹਦੇ ਨਾਲ ਦੇਸ਼ ਵਾਸੀਆਂ ਨੂੰ ਕਿਵੇਂ ਨਿਚੋੜਨਾ ਹੈ, ਉਹ ਨਿਚੋੜਨ ਦਾ ਕੰਮ ਕਿਸ ਤਰ੍ਹਾਂ ਤੇ ਕਿਸ ਹਿਸਾਬ ਨਾਲ ਕਰਨਾ ਹੈ, ਇਹ ਆਪਣੇ ਆਪ ਦੇ ਵਿੱਚ ਕਈ ਸਵਾਲ ਖੜੇ ਕਰ ਜਾਂਦਾ ਹੈ। ਔਰ ਇੱਥੇ ਦੇਖਣਾ ਬਣਦਾ ਹੈ, ਦੇਸ਼ ਦੇ ਵਿੱਚ ਜਿਹੜਾ ਵੀ ਅਨਪੜ੍ਹ ਯੂਥ ਹੈ ਜਾਂ ਜਿਹੜਾ ਵੀ ਕੋਈ ਕੰਮ ਕਰਨ ਦੇ ਯੋਗ ਹੈ, ਉਹਦੇ ਕੋਲ ਇਹ ਗੱਲ ਸਾਫ਼ ਤੇ ਸਾਹਮਣੇ ਸਪਸ਼ਟ ਤੌਰ 'ਤੇ ਨਜ਼ਰ ਆਉਂਦੀ ਹੈ, ਜਿਹੜਾ ਅਨਪੜ੍ਹ ਹੈ ਉਹ ਜ਼ਿਆਦਾ ਬਿਹਤਰ ਹੈ, ਜਿਹੜਾ ਪੜ੍ਹਿਆ ਲਿਖਿਆ ਉਹ ਕੋਈ ਕੰਮ ਕਰਨ ਦੇ ਯੋਗ ਨਹੀਂ। ਅਤੇ ਚੀਜ਼ ਇਹ ਹੈ, ਭਾਵੇਂ ਯੂਥ ਅਨਪੜ੍ਹ ਹੈ ਅਤੇ ਭਾਵੇਂ ਯੂਥ ਪੜ੍ਹਿਆ ਲਿਖਿਆ, ਉਹਨਾਂ ਦੀਆਂ ਉਡਾਰੀਆਂ ਜਿਹੜੀਆਂ ਆਪਣਾ ਦੇਸ਼ ਛੱਡਣ ਲਈ ਕਿਉਂ ਮਜਬੂਰ ਕਰ ਰਹੀਆਂ ਉਹਨਾਂ ਨੂੰ? ਕਿਉਂ ਉਹਨਾਂ ਨੂੰ ਘਰ ਘਰ ਛੱਡਣੇ ਪੈ ਰਹੇ ਨੇ? ਕਿਉਂ ਲੋਕਾਂ ਨੂੰ ਆਪਣੇ ਮਾਂ ਪਿਓ ਛੱਡਣੇ ਪੈ ਰਹੇ ਨੇ, ਰਿਸ਼ਤੇ ਛੱਡਣੇ ਪੈ ਰਹੇ ਨੇ, ਰਿਸ਼ਤਿਆਂ ਵਿੱਚ ਦਰਾੜ ਜਿਹੜੀ ਹੈ ਉਹ ਪੈਦਾ ਹੋ ਰਹੀ ਹੈ? ਇਹ ਸਾਰੇ ਸਮੀਕਰਨ ਜਿਹੜੇ ਨੇ ਇਸ ਸਰਕਾਰ ਦੇ ਸਿਰ ਦੇ ਉੱਤੇ ਸਿਹਰਾ ਬੰਨ੍ਹਦੇ ਨੇ ਕਿ ਜਿਸ ਨੇ ਇਹਨਾਂ ਸਮੀਕਰਨਾਂ ਨੂੰ ਜਨਮ ਦਿੱਤਾ। ਜੇ ਇਹ ਸਮੀਕਰਨ ਜਿਹੜੇ ਇਹਨਾਂ ਨੂੰ ਜਨਮ ਦਿੱਤਾ ਹੈ ਸਰਕਾਰ ਨੇ, ਤੇ ਅੱਜ ਤੱਕ ਉਲਝੇਵੇਂ ਇੰਨੇ ਜ਼ਬਰਦਸਤ ਪੈ ਗਏ ਨੇ ਤੁਹਾਡੇ ਆਰਥਿਕ ਵਿਵਸਥਾ ਦੇ ਵਿੱਚ ਕਿ ਤੁਸੀਂ 15 ਲੱਖ ਤੋਂ ਚੱਲ ਕੇ 5 ਕਿਲੋ ਆਟੇ 'ਤੇ ਆ ਗਏ ਹੋ ਅੱਜ ਦੀ ਡੇਟ ਵਿੱਚ। ਸਰਕਾਰ ਇਹ ਕਹਿੰਦੀ ਹੈ ਵੀ ਇੰਨੇ ਕਰੋੜ ਜਿਹੜੇ ਆ ਲੋਕ ਗਰੀਬੀ ਰੇਖਾ ਵਿੱਚ ਆ ਗਏ ਨੇ। ਕਿੱਡੀ ਵੱਡੀ ਪ੍ਰਾਪਤੀ ਦੱਸ ਰਹੀ ਹੈ ਸਰਕਾਰ ਆਪਣੀ ਕਿ ਤੁਹਾਨੂੰ ਲੁੱਟਿਆ ਵੀ ਜਾ ਰਿਹਾ। ਮਿਡਲ ਕਲਾਸ ਜਿਹੜੀ ਹੈ ਉਹ ਵਿਚਾਰੀ ਜੇ ਦੇਖੋ ਟੈਕਸਾਂ ਦੇ ਦਾਇਰੇ ਵਿੱਚ ਆ ਕੇ ਹੀ ਸਿਮਟ ਕੇ ਰਹਿ ਜਾਂਦੀ ਹੈ। ਔਰ ਸਰਕਾਰ ਦੇ ਜਿਹੜੇ ਇਨਕਮ ਟੈਕਸ ਦੇ ਅਦਾਰੇ ਨੇ ਜਾਂ ਹੋਰ GST ਟ੍ਰਿਬਿਊਨਲ ਨੇ ਜਾਂ ਸੇਲ ਟੈਕਸ ਵਾਲੇ ਨੇ ਜਾਂ ਕੁਛ ਹੈ, ਉਹਦੇ ਉੱਤੇ ਸੁਪਰੀਮ ਕੋਰਟ ਨੇ ਚੁੱਪ ਧਾਰੀ ਹੋਈ ਹੈ। ਉਹ ਇੱਕ ਇਸ ਤਰ੍ਹਾਂ ਦਾ ਜਿਹੜਾ ਹੈ ਬਦਮਾਸ਼ੀ ਦਾ ਆਲਮ ਖੜਾ ਕਰਕੇ ਬੈਠੇ ਨੇ, ਗੈਂਗਸਟਰ ਦਾ ਆਲਮ ਖੜਾ ਕਰਕੇ ਬੈਠੇ ਨੇ, ਖਾੜਕੂਵਾਦ ਦਾ ਆਲਮ ਖੜਾ ਕਰਕੇ ਬੈਠੇ ਨੇ ਕਿ ਅਸੀਂ ਦੇਸ਼ ਦੇ ਲੋਕਾਂ ਨੂੰ ਟੈਕਸ ਵਿੱਚੋਂ ਕਿਵੇਂ ਲੁੱਟਣਾ। ਔਰ ਉਸ ਟੈਕਸ ਦਾ ਇਸਤੇਮਾਲ ਜਿਹੜਾ ਮੰਤਰੀਆਂ ਲਈ, MPਆਂ ਲਈ, MLAਆਂ ਲਈ, ਉਹਨਾਂ ਦੀਆਂ ਤਨਖਾਹਾਂ ਚਲਾਉਣ ਲਈ, ਉਹਨਾਂ ਦੇ ਟੈਕਸ ਭਰਨ ਲਈ ਕਿਸ ਤਰ੍ਹਾਂ ਅਸੀਂ ਦੇਣਾ। ਦੇਖੋ ਮਿਹਨਤ ਕਰਕੇ ਪੈਸਾ ਕਮਾਇਆ ਜਿਹੜਾ, ਜੇ ਤੁਹਾਡਾ ਉਹ ਕੋਈ ਖੋਹ ਕੇ ਲੈ ਜਾਏ ਤਾਂ ਤੁਹਾਡੇ ਕੋਲ ਰੋਟੀ ਖਾਣ ਨੂੰ ਨਾ ਹੋਵੇ। ਅਤੇ ਮੋਦੀ ਸਰਕਾਰ ਦਾ 5 ਕਿਲੋ ਆਟਾ ਵੀ ਤੁਹਾਡੇ 'ਤੇ ਕੋਈ ਉੱਥੇ ਵੱਡਾ ਕਰਮ ਕਰਨ ਵਾਲਾ ਨਹੀਂ। ਉਹ ਕਿਸ ਵਜ੍ਹਾ ਕਰਕੇ ਨਹੀਂ ਕਰਮ ਕਰਨ ਵਾਲਾ? ਕਿਉਂਕਿ ਜਦੋਂ ਤੁਹਾਡੀਆਂ ਆਰਥਿਕ ਜ਼ਰੂਰਤਾਂ ਪੂਰੀਆਂ ਨਹੀਂ ਹੋਣੀਆਂ ਤਾਂ ਕ੍ਰਾਈਮ ਦਾ ਗ੍ਰਾਫ ਜਿਹੜਾ ਵਧੇਗਾ। ਔਰ ਕ੍ਰਾਈਮ ਦੇ ਗ੍ਰਾਫ ਨੂੰ ਵਧਾਉਣ ਲਈ ਰਵੀ ਸ਼ੰਕਰ ਲਾ ਮਿਨਿਸਟਰ ਜੀ ਨੇ ਕੁਛ ਨਹੀਂ ਕੀਤਾ। ਹੁਣ ਨਵੇਂ ਇੱਕ ਲਾ ਮਿਨਿਸਟਰ ਜੀ ਆ ਗਏ ਨੇ ਸਾਡੇ, ਆ ਜਿਹੜੀ ਪੁਰਾਣੀ ਰੀਸ਼ਫਲ ਹੋਈ ਹੈ, ਬੜੇ ਮਿਹਨਤੀ ਨੇ, ਉਹਨਾਂ ਦੀ ਮਿਹਨਤ 'ਤੇ ਕੋਈ ਸ਼ੱਕ ਨਹੀਂ, ਪਰ ਉਹਨਾਂ ਦੀ ਕੋਈ ਸੁਣੇ ਵੀ ਤਾਂ ਸਹੀ।
ਜੇ ਦੇਸ਼ ਨੇ ਸੁਣਨੀ ਨਹੀਂ, ਜਾਂ ਸਾਡੀ ਮਾਨਯੋਗ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਜਿਹੜੇ ਜੱਜ ਨੇ ਉਹਨਾਂ ਨੇ ਲੋਕਾਂ ਦਾ ਜਿਹੜਾ ਵੈਲਫੇਅਰ ਸਟੇਟ ਦਾ ਕਨਸੈਪਟ ਜਿਹੜਾ ਕੌਂਸਟੀਟਿਊਸ਼ਨ ਦੇ ਵਿੱਚ ਹੈ ਉਸ ਨੂੰ ਮੱਦੇਨਜ਼ਰ ਰੱਖ ਕੇ ਕੋਈ ਆਰਥਿਕ ਸਮਾਧਾਨ ਨਹੀਂ ਦੇਣੇ, ਕੋਈ ਸਰਕਾਰ ਨੂੰ ਨਕੇਲ ਨਹੀਂ ਪਾਣੀ, ਤਾਂ ਲੋਕ ਸ਼ਰੇਆਮ ਇਹ ਕਹਿ ਰਹੇ ਨੇ ਕਿ ਦੇਸ਼ ਵਿਕ ਰਿਹਾ ਹੈ। ਔਰ ਮੋਦੀ ਸਾਹਿਬ ਜਿਹੜਾ ਉਹ ਇਹਦੇ ਉੱਤੇ ਕੀ ਕਰ ਰਿਹਾ? ਮੋਦੀ ਸਾਹਿਬ ਨੇ ਖੁਦ ਹੀ ਐਲਾਨ ਕਰ ਦਿੱਤਾ ਕਿ ਕਈ ਅਦਾਰੇ ਵੇਚ ਦੇਣੇ ਨੇ ਅਸੀਂ, ਔਰ ਵੇਚੇ ਵੀ ਜਾ ਰਹੇ ਨੇ। ਇੱਕ ਵਾਰੀ ਮੈਂ ਇੱਕ ਟ੍ਰੇਨ ਦੇ ਵਿੱਚ ਟਰੈਵਲ ਕਰ ਰਿਹਾ ਸਾਂ, ਕੋਈ 4-5 ਸਾਲ ਪੁਰਾਣੀ ਗੱਲ ਹੈ। ਮੈਂ ਚੰਡੀਗੜ੍ਹ ਤੋਂ ਝਾਂਸੀ ਤੱਕ ਟਰੈਵਲ ਕਰਨਾ ਸੀ ਬਾਈ ਟ੍ਰੇਨ, ਔਰ ਮੈਂ ਸਵੇਰੇ 7 ਵਜੇ ਟ੍ਰੇਨ ਚੱਲਣੀ ਸੀ। ਉਹਦੇ ਵਿੱਚ ਗਿਆ, ਮੈਂ ਜਾ ਕੇ ਰੇਲਵੇ ਸਟੇਸ਼ਨ 'ਤੇ ਆਪਣੀ ਸੀਟ ਲੱਭੀ, ਨੰਬਰ ਦੇਖਿਆ, ਬੈਠਾ ਤਾਂ ਉੱਥੇ ਇੱਕ ਹੋਰ ਨੌਜਵਾਨ ਮੁੰਡਾ ਬੈਠਾ ਸੀ। ਉਸ ਦੇ ਨਾਲ ਥੋੜ੍ਹੀ ਜਿਹੀ ਗੱਲਬਾਤ ਤੁਰ ਪਈ, ਗੱਲਬਾਤ ਤੁਰਦੀ ਤੁਰਦੀ ਅੱਗੇ ਚੱਲੀ। ਉਹ ਸੇਬਾਂ ਦਾ ਵਪਾਰੀ ਸੀਗਾ। ਉਸ ਨੇ ਇਹ ਗੱਲ ਕਹੀ ਕਿ ਜਿਹੜੇ ਸੇਬ ਜੰਮੂ ਕਸ਼ਮੀਰ ਵਿੱਚ ਅਤੇ ਹਿਮਾਚਲ ਵਿੱਚ ਹੁੰਦੇ ਨੇ, ਜਿਵੇਂ ਜਿਵੇਂ ਹੁੰਦੇ ਨੇ, ਜਿਵੇਂ ਜਿਵੇਂ ਸੀਜ਼ਨ ਬਦਲਦਾ, ਮੇਰੀ ਲੋਕੇਸ਼ਨ ਚੇਂਜ ਹੁੰਦੀ ਰਹਿੰਦੀ ਹੈ, ਔਰ ਮੈਂ ਇਸ ਦੀ ਸਪਲਾਈ ਜਿਹੜੀ ਹੈ ਮੈਂ ਕਈ ਦੇਸ਼ ਦੀਆਂ ਸਟੇਟਾਂ ਦੇ ਵਿੱਚ ਕਈ ਡੀਲਰਾਂ ਨੂੰ ਕਰਦਾ, ਔਰ ਤਕਰੀਬਨ ਮੈਂ ਜਿਹੜਾ ਵੀ ਸਮਾਨ ਭੇਜਦਾ ਬੜੀ ਫੇਅਰਨੈਸ ਹੁੰਦੀ ਹੈ ਉਸ ਦੇ ਵਿੱਚ। ਲੈਣ ਦੇਣ ਦਾ ਜਿਹੜਾ ਬਿਲਕੁਲ ਸਾਫ਼ ਅਤੇ ਸਪਸ਼ਟ ਜਿਹੜਾ ਹੁੰਦਾ, ਔਰ ਉਹਦੇ ਵਿੱਚ ਕੋਈ ਝਗੜਾ ਨਹੀਂ ਹੁੰਦਾ। ਉਸ ਨੇ ਗੱਲਾਂ ਵਿੱਚ ਕਰਦਿਆਂ ਇੱਕ ਗੱਲ ਜ਼ਰੂਰ ਦੱਸੀ ਬਈ ਜਿਹੜੇ BJP ਦੇ ਵਰਕਰ ਅਤੇ RSS ਦੇ ਵਰਕਰ ਸੀਗੇ ਜਿਨ੍ਹਾਂ ਕੋਲ ਟੁੱਟਾ ਸਾਈਕਲ ਨਹੀਂ ਸੀ, ਉਹਨਾਂ ਕੋਲ ਸਾਲ ਦੇ ਵਿੱਚ ਫਾਰਚੂਨਰ ਗੱਡੀਆਂ 2-2 3-3 ਆ ਗਈਆਂ। ਮੋਦੀ ਸਰਕਾਰ ਇਸ ਦੇ ਬਾਰੇ ਮਨ ਦੀ ਬਾਤ ਵਿੱਚ ਇਹ ਗੱਲ ਕਵੇ, ਔਰ ਉਸੇ ਤਰ੍ਹਾਂ 8 ਵਜੇ ਨਿਕਲ ਕੇ ਜਿਵੇਂ ਡਿਮੋਨੋਟਾਈਜੇਸ਼ਨ ਜਾਂ ਕਈ ਹੋਰ ਗੱਲਾਂ ਕਰਦੇ ਨੇ ਮੋਦੀ ਸਾਹਿਬ, ਮਿੱਤਰੋਂ ਨਾਲ ਸੰਬੋਧਨ ਕਰਦੇ ਨੇ ਦੇਸ਼ ਦੇ ਲੋਕਾਂ ਨੂੰ, ਅਤੇ ਉਸ ਤਰ੍ਹਾਂ ਆ ਕੇ ਇਹ ਵੀ ਕਹਿਣ ਵੀ ਮਿੱਤਰੋ ਅੱਜ ਅਸੀਂ RSS ਅਤੇ BJP ਦੇ ਵਰਕਰਾਂ 'ਤੇ ਇਹ ਕਾਰਵਾਈ ਕੀਤੀ ਹੈ, ਵੱਡੀ ਕਾਰਵਾਈ ਕੀਤੀ ਹੈ। ਦੇਸ਼ ਇਹ ਸੁਣਨ ਨੂੰ ਦੇਖ ਰਿਹਾ, ਦੇਸ਼ ਇਸ ਚੀਜ਼ ਦੀ ਡਿਮਾਂਡ ਕਰਦਾ। ਦੇਸ਼ ਦੇ ਵਿੱਚ ਇਸ ਵੇਲੇ ਮੌਕੇ ਦੀ ਨਜ਼ਾਕਤ ਇਹ ਹੈ ਕਿ 2024 ਦੇ ਜਿਹੜੇ ਨੇ ਇਲੈਕਸ਼ਨ ਦੇ ਸਮੀਕਰਨ ਉਹਨਾਂ ਨੂੰ ਸਾਹਮਣੇ ਕਰਕੇ ਕੀਤਾ ਜਾ ਰਿਹਾ, ਲੇਕਿਨ 2024 ਦੇ ਜਿਹੜੇ ਸਮੀਕਰਨ ਨੇ ਉਹ ਇਸ ਤਰ੍ਹਾਂ ਨਹੀਂ ਬਦਲਣੇ, ਕਿਉਂਕਿ ਇਸ ਸਰਕਾਰ ਨੂੰ ਪਤਾ ਹੈ, ਇਸ ਵੇਲੇ ਦੀ ਸਰਕਾਰ ਨੂੰ, ਕਿ ਹਿੰਦੁਸਤਾਨ ਦੇ ਲੋਕਾਂ ਦੀ ਸਹਿਣਸ਼ੀਲਤਾ ਨੂੰ ਅਸੀਂ ਇੰਨਾ ਕੁ ਟੈਸਟ ਕਰ ਲਿਆ, ਉਹਨਾਂ ਦੀ ਮਾਨਸਿਕਤਾ ਇੰਨੀ ਗੁਲਾਮ ਹੋ ਚੁੱਕੀ ਹੈ ਕਿ ਜੇ ਉਹਨਾਂ ਨੂੰ ਤੁਸੀਂ ਡੰਡੇ ਸੋਟੇ ਜੋ ਮਰਜ਼ੀ ਮਾਰੋ, ਉਹਨਾਂ ਦੇ ਵਿੱਚੋਂ ਕੋਈ ਨਿਕਲਣ ਵਾਲਾ ਨਹੀਂ। ਉਹ ਵਿਚਾਰੇ ਹੱਥ ਜੋੜ ਕੇ ਹੀ ਖੜੇ ਰਹਿਣਗੇ। ਕਿ ਜੇ ਇਹੀ ਭਾਰਤ ਦੀ ਵੈਲਫੇਅਰ ਸਟੇਟ ਹੋਣ ਦਾ ਇੱਕ ਵੱਡਾ ਪ੍ਰਤੱਖ ਪ੍ਰਮਾਣ ਹੈ, ਤਾਂ ਮੇਰਾ ਖਿਆਲ ਹੈ ਵੀ ਇਸ ਤੋਂ ਵੱਡੀ ਜਿਹੜੀ ਹੈ ਸ਼ਰਮ ਵਾਲੀ ਗੱਲ ਜਿਹੜੀ ਹੈ ਕੋਈ ਨਹੀਂ ਹੋ ਸਕਦੀ। ਵੈਲਫੇਅਰ ਸਟੇਟ ਜਿਹੜੀ ਹੈ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕੌਂਸਟੀਟਿਊਸ਼ਨ ਦੇ ਵਿੱਚ ਉਹ ਦੱਸੀ ਸੀ ਜਿਹੜੀ ਲੋਕਾਂ ਦਾ ਭਲਾ ਕਰੇ, ਪਰ ਇਸ ਸਰਕਾਰ ਨੇ ਪਿਛਲੇ 7 ਸਾਲਾਂ ਵਿੱਚ ਲੋਕਾਂ ਦਾ ਕੀ ਭਲਾ ਕੀਤਾ, ਇਸ ਨੂੰ ਸਾਰਵਜਨਕ ਕੀਤਾ ਜਾਵੇ। ਮੋਦੀ ਸਾਹਿਬ ਆ ਕੇ 7 ਵਜੇ ਜਾਂ 8 ਵਜੇ ਜਦੋਂ ਵੀ ਉਹ ਚਾਹੁੰਦੇ ਨੇ TV ਦੇ ਵਿੱਚੋਂ ਉਸੇ ਤਰ੍ਹਾਂ ਹੀ ਨਿਕਲਣ ਜਿਵੇਂ ਡਿਮੋਨੋਟਾਈਜੇਸ਼ਨ ਕੀਤੀ ਸੀ ਬਈ ਮਿੱਤਰੋ ਮੈਂ ਤੁਹਾਡੇ ਲਈ ਅੱਜ ਇੱਕ ਚੰਗਾ ਕੰਮ ਕਰ ਦਿੱਤਾ, ਕਰ ਆਇਆ। ਔਰ ਇਹ ਨਹੀਂ ਦੱਸਣਾ ਚਾਹੀਦਾ ਉਹਨਾਂ ਨੂੰ ਬਈ ਮੈਂ ਕਰਨ ਲੱਗਾ, ਕਰਕੇ ਦੱਸਣ। ਉਸ ਦੱਸ ਦੇ ਵਿੱਚ ਦੇਸ਼ ਜਿਹੜਾ ਸਤਿਕਾਰ ਨਾਲ ਸਿਰ ਝੁਕਾਏਗਾ, ਨਾ ਕਿ ਸ਼ਰਮ ਨਾਲ। ਇੰਨਾ ਕਹਿੰਦਾ ਹੋਇਆ ਜ਼ਿਆਦਾ ਨਹੀਂ ਮੈਂ ਗੱਲਾਂ ਕਰਦਾ, ਅੱਜ ਤੁਹਾਡੇ ਨਾਲ ਇੰਨੀਆਂ ਗੱਲਾਂ ਕਰਨੀਆਂ ਸੀ। ਆਪਣੀ ਆਰਥਿਕਤਾ ਟੁੱਟਣ ਨਾ ਦਿਓ, ਆਪਣੀ ਦੇਸ਼ ਦੀ ਸਰਕਾਰ ਨੂੰ ਗਲਤ ਰਸਤੇ 'ਤੇ ਚੱਲਣ ਨਾ ਦਿਓ। ਤੁਹਾਡੀ ਆਪਣੀ ਸਰਕਾਰ ਹੈ, ਸੰਵਿਧਾਨ ਦੀ ਚੁਣੀ ਹੋਈ ਸਰਕਾਰ ਹੈ, ਲੋਕਤੰਤਰ ਨੂੰ ਖਤਰੇ ਵਿੱਚ ਨਾ ਪੈਣ ਦਿਓ। ਇੰਨਾ ਕਹਿੰਦਾ ਹੋਇਆ ਮੈਂ ਇਹ ਗੱਲ ਜ਼ਰੂਰ ਕਹਾਂਗਾ ਕਿ ਇਸ ਵੀਡੀਓ ਨੂੰ ਜੇ ਪਸੰਦ ਆਈ ਹੈ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਸਬਸਕ੍ਰਾਈਬ ਵੀ ਕਰਨਾ, ਆਪਣੇ ਮਿੱਤਰਾਂ ਸੱਜਣਾਂ ਨਾਲ ਸਾਂਝੀ ਕਰਨਾ, ਗੱਲਾਂ ਬਾਤਾਂ ਕਰਨਾ, ਔਰ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਮੇਰੇ ਤੱਕ ਵੀ ਪਹੁੰਚਾਉਣੀਆਂ, ਤਾਂ ਕਿ ਮੈਂ ਤੁਹਾਨੂੰ ਹੋਰ ਦੇਸ਼ ਦੀ ਸੇਵਾ, ਏਕਤਾ ਅਤੇ ਅਖੰਡਤਾ ਲਈ ਜੋ ਵੀ ਮੇਰੀ ਤੁੱਛ ਬੁੱਧੀ ਹੈ ਉਹਦੇ ਮੁਤਾਬਕ ਮੈਂ ਤੁਹਾਨੂੰ ਕੁਛ ਨਾ ਕੁਛ ਗੱਲਾਂ ਕਹਿੰਦਾ ਰਹਾਂ, ਤੁਹਾਡੀਆਂ ਗੱਲਾਂ ਸੁਣਦਾ ਰਹਾਂ, ਦੇਸ਼ ਤੱਕ, ਦੇਸ਼ ਦੀ ਸਰਕਾਰ ਤੱਕ ਗੱਲਾਂ ਪਹੁੰਚਾਉਣ ਦਾ ਇਹ ਇੱਕ ਨਿਮਾਣਾ ਜਿਹਾ ਯਤਨ ਹੁੰਦਾ ਮੇਰਾ, ਤਾਂ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਬਣੀ ਰਹੇ। ਸਤਿ ਸ਼੍ਰੀ ਅਕਾਲ।